ਨਹੀਂ ਤੇਰਾ ਪੇਪਰ ਨਹੀਂ ਨਿਕਲ ਸਕਦਾ, ਜਾਂ ਤੇਰੇ ਬਦਲੇ ਹੈ ਨਹੀਂ ਕੱਖ, ਤੂੰ ਰਹਿਣ ਦੇ, 2 ਨੰਬਰ ਵਿੱਚ ਬਾਹਰ ਨਿਕਲ ਜਾ। ਇੱਦਾਂ ਦੀਆਂ ਬਹੁਤ ਗੱਲਾਂ ਆਇਲਸ ਦੀ ਜੋ ਬੱਚੇ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਸੁਣਨ ਨੂੰ ਮਿਲਦੀਆਂ ਨੇ, ਐਂਡ ਕਿਤੇ ਨਾ ਕਿਤੇ ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਡੀਮੋਟੀਵੇਟ ਕਰਦੀਆਂ ਨੇ। ਪੇਰੈਂਟਸ ਹੋਣ ਜਾਂ ਕੋਈ ਉਹਨਾਂ ਦਾ ਦੋਸਤ ਹੋਵੇ ਜਾਂ ਆਲੇ ਦੁਆਲੇ ਹੋਵੇ, ਉਹ ਨਾ ਅਣਜਾਣੇ ਇੱਦਾਂ ਦੀਆਂ ਗੱਲਾਂ ਉਹਨਾਂ ਤੋਂ ਕਰ ਹੋ ਜਾਂਦੀਆਂ ਨੇ। ਮੇਬੀ ਕਿਤੇ ਨਾ ਕਿਤੇ ਪ੍ਰੈਸ਼ਰ ਹੋਏਗਾ, ਬਟ ਬੀਇੰਗ ਅ ਟੀਚਰ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਬਹੁਤ ਇੱਦਾਂ ਦੀਆਂ ਚੀਜ਼ਾਂ ਨੇ ਜੋ ਸਾਨੂੰ ਦਿਖਦੀਆਂ ਹੁੰਦੀਆਂ ਨੇ, ਐਂਡ ਉਹ ਇੱਕ ਕਿਤੇ ਨਾ ਕਿਤੇ ਹਰ ਬੱਚੇ ਵਿੱਚ ਕੋਈ ਪੈਟਰਨ ਦਿਸ ਰਿਹਾ ਹੁੰਦਾ ਕਿ ਇਹਦਾ ਪੇਪਰ ਹੁਣ ਕਿਸ ਢੰਗ ਦੇ ਨਾਲ ਹਾਊ ਇਜ਼ ਪ੍ਰੀਪੇਅਰਿੰਗ, ਐਂਡ ਉਹ ਪੇਪਰ ਹੁਣ ਇੱਕ ਸਕਸੈਸ ਵਾਲੇ ਪਾਸੇ ਨੂੰ ਜਾ ਰਿਹਾ ਕਿ ਜਾਂ ਇਹ ਐਂਡ ਵਿੱਚ ਜਾ ਕੇ ਇਹਦਾ ਰਿਜ਼ਲਟ ਖਰਾਬ ਹੋ ਸਕਦਾ ਹੈ। ਸੋ ਹਰ ਬੰਦਾ ਗੱਲ ਕਰਦਾ ਇੰਸਪੀਰੇਸ਼ਨਲ ਕਿ ਉਹਨੇ ਇੰਨੇ ਬੈਂਡ ਲੈ ਲਏ, ਇੱਦਾਂ ਲੈ ਲਏ, ਫਲਾਣਾ ਕਰ ਲਿਆ। ਹਮੇਸ਼ਾ ਦੂਜਿਆਂ ਦੀ ਖੂਬੀਆਂ ਬਾਰੇ ਗੱਲ ਕਰਨੀ ਚੰਗੀ ਗੱਲ ਹੈ, ਬਟ ਮੈਂ ਅੱਜ ਜੋ ਗੱਲ ਕਰੂੰਗਾ, ਅੱਜ ਮੈਂ ਉਹਨਾਂ ਪੁਆਇੰਟਸ ਦੀ ਗੱਲ ਕਰੂੰਗਾ ਜਿਨ੍ਹਾਂ ਕਰਕੇ ਬੱਚਿਆਂ ਦਾ ਪੇਪਰ ਰਹਿ ਜਾਂਦਾ ਆ। ਠੀਕ ਹੈ, ਐਂਡ ਇਹ ਮੈਂ ਕਿਸੇ ਨੂੰ ਟਿਪੀਕਲੀ ਆਈ ਐਮ ਨਾਟ ਮਾਰਕਿੰਗ ਐਨੀ ਵਨ, ਬਟ ਮੇਰੇ ਅਕੋਰਡਿੰਗ ਅਗਰ ਅਸੀਂ ਕਹੀਏ ਕਿ ਕੋਈ ਬੱਚਾ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਦੀ ਪ੍ਰੈਪਰੇਸ਼ਨ ਦਾ ਪਾਰਟ ਨੇ, ਕਿਤੇ ਨਾ ਕਿਤੇ ਉਹ ਚੀਜ਼ ਇੱਕ ਡਰ ਬਣਾ ਕੇ ਰੱਖੇਗੀ ਕਿ ਇਹ ਬੱਚੇ ਦਾ ਪੇਪਰ ਖਰਾਬ ਹੋ ਸਕਦਾ ਆ। ਠੀਕ ਹੈ, ਸੋ ਦ ਫਸਟ ਥਿੰਗ ਆਈ ਹੈਵ ਰਿਟਨ ਇਟ ਔਨ ਮਾਈ ਮੋਬਾਈਲ ਫੋਨ। ਫਸਟ ਥਿੰਗ ਇਜ਼, ਜੋ ਕਿ ਬਹੁਤ ਇੰਪੋਰਟੈਂਟ ਹੈ, ਜਿਹੜੀ ਕਿ ਮੈਨੂੰ ਲੱਗਦਾ ਕਿ ਹਰ ਬੱਚੇ ਨੂੰ ਧਿਆਨ ਰੱਖਣਾ ਚਾਹੀਦਾ, ਕਿ ਜਿਹੜਾ ਵੀ ਬੱਚਾ ਐਨੀਬਡੀ ਹੂ ਇਜ਼ ਕ੍ਰੈਮਿੰਗ, ਉਹ ਰੱਟਾ ਲਾ ਰਿਹਾ ਆਇਲਸ ਦੇ ਵਿੱਚ, ਉਹਦਾ ਕਿਤੇ ਨਾ ਕਿਤੇ ਡਰ ਹੈ ਕਿ ਕ੍ਰੈਮਿੰਗ ਉਹਨੂੰ ਲੈ ਡੁੱਬੇਗੀ। ਹੁੰਦਾ ਕੀ ਹੈ, ਮੈਂ ਤੁਹਾਨੂੰ ਇੱਕ ਦੱਸਦਾ ਸਿਚੁਏਸ਼ਨ ਕੀ ਹੈ। ਸਿੰਸ ਦ ਪੇਪਰ ਆਫ ਆਇਲਸ, ਇਹਦੇ ਵਿੱਚ ਕੋਈ ਸਿਲੇਬਸ ਤੇ ਹੈ ਨਹੀਂ, ਦੇਰ ਇਜ਼ ਨੋ ਸਿਲੇਬਸ, ਐਂਡ ਤੁਹਾਨੂੰ ਇਹੀ ਨਹੀਂ ਪਤਾ ਕਿ ਕਿੱਦਾਂ ਦਾ ਕੁਐਸਚਨ ਆਏਗਾ, ਕੀ ਉਹਦੇ ਵਿੱਚ ਰੀਡਿੰਗ ਆਏਗੀ। ਹਾਂ, ਦੇਰ ਇਜ਼ ਅ ਪੈਟਰਨ ਆਫ ਦ ਪੇਪਰ, ਦੇਰ ਇਜ਼ ਅ ਬਲੂਪ੍ਰਿੰਟ ਆਫ ਦ ਪੇਪਰ, ਪਰ ਕਿਤੇ ਨਾ ਕਿਤੇ ਕੀ ਚੀਜ਼ ਆਏਗੀ ਦੈਟ ਇਜ਼ ਨਾਟ ਸ਼ੋਰ। ਸੋ ਜਦੋਂ ਕਿਸੇ ਪੇਪਰ ਦਾ ਸਿਲੇਬਸ ਹੀ ਨਹੀਂ ਹੁੰਦਾ, ਬਿਕੋਜ਼ ਐਂਡ ਆਫ ਦ ਡੇ ਜਦੋਂ ਅਸੀਂ 10th ਕੀਤੀ ਸੀਗੀ ਉਦੋਂ ਇੱਕ ਪ੍ਰੋਪਰ ਸੈਟ ਆਫ ਸਿਲੇਬਸ ਸੀਗਾ ਕਿ ਇਹ ਸਿਰਫ NCERT ਵਿੱਚੋਂ ਪੇਪਰ ਆਏਗਾ, ਜਾਂ +2 ਵਿੱਚ ਵੀ ਇੱਦਾਂ ਹੀ ਸੀਗਾ ਕਿ ਇਹ ਸਿਰਫ ਬੁੱਕ ਵਿੱਚੋਂ ਪੇਪਰ ਆਏਗਾ। ਬਟ ਆਇਲਸ ਦੇ ਵਿੱਚੋਂ ਇੱਦਾਂ ਦਾ ਕੋਈ ਸੈੱਟ ਸਿਲੇਬਸ ਨਹੀਂ ਹੈਗਾ, ਸੈੱਟ ਬੁੱਕ ਨਹੀਂ ਹੈਗੀ ਕਿ ਪੇਪਰ ਇਹਦੇ ਵਿੱਚ ਆਏਗਾ। ਸੋ ਇੱਥੇ ਹੀ ਇੱਕ ਥੋੜਾ ਜਿਹਾ ਇਹ ਟ੍ਰਿਕੀ ਪਾਰਟ ਹੈ ਕਿ ਦ ਪੇਪਰ ਇਜ਼ ਆਲ ਅਬਾਊਟ ਯੂਰ ਅਵੇਅਰਨੈਸ। ਸੋ ਅਗਰ ਕੋਈ ਬੱਚਾ ਉਹ ਕ੍ਰੈਮਿੰਗ ਕਰ ਰਿਹਾ, ਉਹ ਰੱਟਾ ਲਾ ਰਿਹਾ, ਉਹ ਵੀ ਆਇਲਸ ਦੇ ਐਸੇਜ਼ ਦਾ, ਐਂਡ ਕਿਤੇ ਨਾ ਕਿਤੇ ਉਹਨੂੰ ਲੱਗ ਰਿਹਾ ਕਿ ਮੈਂ ਕ੍ਰੈਮਿੰਗ, ਚਾਹੇ ਉਹ ਕਿਊ ਕਾਰਡਸ ਵਿੱਚ ਵੀ ਆ, ਬੇਟਾ ਕ੍ਰੈਮਿੰਗ ਕਿਤੇ ਨਾ ਕਿਤੇ ਤੁਹਾਡਾ ਖਰਾਬ ਕਰ ਸਕਦੀ ਹੈ ਪੇਪਰ। ਹੋ ਸਕਦਾ ਤੁਹਾਡੇ ਕ੍ਰੈਮਿੰਗ ਦੇ ਨਾਲ 6 ਆ ਜਾਣ, ਠੀਕ ਹੈ, ਹੁਣ 6 ਦੇ ਕਦੀ 5.5 ਵੀ ਰਹਿ ਜਾਂਦੇ ਨੇ, ਬਟ ਐਂਡ ਆਫ ਦ ਡੇ ਦ ਰੀਅਲ ਪੋਟੈਂਸ਼ੀਅਲ ਦੈਟ ਯੂ ਹੈਵ, ਉਹ ਤੁਸੀਂ ਚੱਜ ਨਾਲ ਨਹੀਂ ਦਿਖਾ ਪਾਓਗੇ ਅਗਰ ਤੁਸੀਂ ਕ੍ਰੈਮਿੰਗ ਕਰ ਰਹੇ ਹੋ, ਐਂਡ ਉਹਦੇ ਵਿੱਚ ਬੱਚੇ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ। ਸੋ ਜਿਹੜੇ ਵੀ ਪੇਰੈਂਟਸ, ਜਿਹੜੇ ਵੀ ਬ੍ਰਦਰ ਸਿਸਟਰ ਇਹ ਓਬਜ਼ਰਵ ਕਰ ਰਹੇ ਨੇ ਕਿ ਉਹਨਾਂ ਦੇ ਜੋ ਛੋਟੇ ਭੈਣ ਭਰਾ ਜਾਂ ਛੋਟੇ ਬੱਚੇ ਆਪਣੀ ਆਇਲਸ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਇਹ ਧਿਆਨ ਜ਼ਰੂਰ ਰੱਖੋ ਕਿ ਉਹ ਕ੍ਰੈਮਿੰਗ ਕਰ ਰਿਹਾ, ਠੀਕ ਹੈ, ਜਾਂ ਉਹਨੂੰ ਉਹ ਸਮਝ ਕੇ ਪੇਪਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਿਕੋਜ਼ ਅਗਰ ਤੁਸੀਂ ਅੰਨੇਵਾਹ ਕ੍ਰੈਮਿੰਗ ਕਰ ਰਹੇ ਹੋ ਦੈਨ ਦੈਟ ਇਜ਼ ਟਿਪਿਕਲੀ ਬੈਡ ਫॉर ਯੂ ਐਂਡ ਈਵਨ ਫॉर ਦ ਪੇਪਰ। ਆਲਰਾਈਟ, ਨਾਓ ਦ ਸੈਕੰਡ ਪੁਆਇੰਟ ਜੋ ਮੈਂ ਲਿਖਿਆ ਸੀਗਾ ਦੈਟ ਇਜ਼ ਟੈਨਸ਼ਨ। ਹੁੰਦਾ ਕੀ ਹੈ, ਮੈਂ ਤੁਹਾਨੂੰ ਦੱਸਦਾ, when somebody starts preparing for the paper, ਉਹਦੇ 'ਚ ਇੱਕ ਜਿਗਿਆਸਾ ਹੁੰਦੀ ਹੈ, ਇੱਕ ਉਹਦੀ ਗ੍ਰੈਬਿੰਗ ਪਾਵਰ ਹੁੰਦੀ ਹੈ, ਇੱਕ ਉਹਦੇ ਮਨ ਦੇ ਵਿੱਚ ਹੁੰਦਾ ਕਿ ਮੈਂ ਆਪਣੀ ਪਰਫਾਰਮੈਂਸ ਬੈਸਟ ਦੇਣੀ ਹੈ। ਬਟ ਜਿੱਦਾਂ ਉਹਦੀ ਪ੍ਰੈਪਰੇਸ਼ਨ ਦਾ ਟਾਈਮ ਚੱਲਦਾ ਜਾਂਦਾ, ਉਹ 1 ਮਹੀਨਾ ਪ੍ਰੀਪੇਅਰ ਕਰਦਾ, 2 ਮਹੀਨੇ ਪ੍ਰੀਪੇਅਰ ਕਰਦਾ, ਐਂਡ ਤੀਜਾ ਮਹੀਨਾ ਸ਼ੁਰੂ ਹੁੰਦਾ, ਕਿਤੇ ਨਾ ਕਿਤੇ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਫਿਕਰ ਹੁੰਦਾ ਆ। ਉਹ ਫਿਕਰ ਕੀ ਹੁੰਦਾ ਕਿ I have spent 3 months, ਠੀਕ ਹੈ, my parents are expecting something from me, ਜਾਂ ਇਹ ਕਹਿ ਲਓ ਕਿ ਜਦੋਂ ਉਹ ਗੱਲਾਂ ਉਹ ਵਿਚਾਰਾ ਸੁਣਦਾ ਕਿ ਉਹਦੇ ਤਾਂ ਇੰਨੇ ਬੈਂਡ ਆ ਗਏ ਸੀਗੇ, ਤੇਰੇ ਇੰਨੇ ਆ ਜਾਣਗੇ, ਜਾਂ ਗੁਆਂਢੀਆਂ ਦਾ ਮੁੰਡਾ ਤਾਂ 15 ਦਿਨ 'ਚ ਕਰ ਗਿਆ ਆਇਲਟ, ਤੂੰ ਤਾਂ ਹਲੇ 3 ਮਹੀਨੇ ਤੁਰਿਆ ਫਿਰਦਾ ਹੈ। ਸੋ ਇਹ ਇੱਕ ਟੈਨਸ਼ਨ ਦਾ ਕਾਰਨ ਬਣਦਾ ਆ। ਹੁਣ ਪ੍ਰੋਬਲਮ ਕੀ ਹੈ, ਮੈਂ ਤੁਹਾਨੂੰ ਦੱਸਾਂ, ਕਿਤੇ ਨਾ ਕਿਤੇ ਟੈਨਸ਼ਨ ਅਲਰਟ ਰੱਖਦੀ ਹੈ ਬੰਦੇ ਨੂੰ, ਆਈ ਐਗਰੀ ਵਿਦ ਇਟ, ਬਟ ਜਦੋਂ ਤੁਹਾਡਾ ਇੱਕ ਉਹ ਬੈਲੈਂਸ ਵਿਗੜਦਾ ਆ,
that balance and focus of the mind ਕਿ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ ਮੈਂ ਕਿਸ ਢੰਗ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰਾਂ ਜਾਂ ਮੇਰੀ ਖੂਬੀਆਂ ਕੀ ਹੈ ਜਾਂ ਮੇਰੀ ਖਾਮੀਆਂ ਕੀ ਹੈ, ਤੇ ਕਿਤੇ ਨਾ ਕਿਤੇ ਉਹ ਟੈਨਸ਼ਨ ਤੁਹਾਡਾ ਦਿਮਾਗ ਖਰਾਬ ਜ਼ਰੂਰ ਕਰੇਗੀ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਹਦੇ ਵਿੱਚ ਬੱਚਿਆਂ ਦਾ ਪੇਪਰ ਖਰਾਬ ਹੁੰਦਾ ਆ। ਐਂਡ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਬੱਚੇ ਸੈਂਟਰ ਵਿੱਚ ਜਾਂ ਕਿਸੇ ਕਲਾਸ ਵਿੱਚ ਜਦੋਂ ਪ੍ਰਿਪੇਅਰ ਕਰ ਰਹੇ ਹੁੰਦੇ ਆ, ਉਹਨਾਂ ਦੇ ਰੀਡਿੰਗ 'ਚੋਂ 40 'ਚੋਂ 35 ਆਉਂਦੇ ਹੁੰਦੇ, ਤੇ ਡਿਊ ਟੂ ਟੈਨਸ਼ਨ ਉਹ ਪੇਪਰ ਵਿੱਚ ਖਰਾਬ ਕਰ ਲੈਂਦੇ ਨੇ, ਜਸਟ ਬਿਕੋਜ਼ ਉਹਨਾਂ ਨੂੰ ਉਹੀ ਇੱਕ ਡਰ ਹੁੰਦਾ ਕਿ ਅਗਰ ਬਾਈ ਚਾਂਸ ਨਾ ਨਿਕਲਿਆ ਤੇ ਲੋਕੀ ਕੀ ਕਹਿਣਗੇ। ਹੁਣ देयर आर एग्जाम्पल्स, कुछ मेरे अपने स्टूडेंट्स ही ने जो कि आउट ऑफ पंजाब सीगे, एंड उन्होंने दे सोसाइटी विच फॉर एग्जाम्पल राजस्थान वर्गे स्टेट्स विच या हरियाणे वर्गी स्टेट्स विच, ईवन हिमाचल ऑल्सो, इन्ना हले आयल्स नूं लैके ना लोकां दे विच ट्रेंड नहीं हैगा। ਹੁਣ ਟ੍ਰੈਂਡ ਨਾ ਹੋਣ ਕਰਕੇ ਲੋਕੀ ਇੱਕ ਦੂਜੇ ਨੂੰ ਬਹੁਤ ਘੱਟ ਪੁੱਛਦੇ ਨੇ ਕਿ ਅੱਛਾ ਕੀ ਬਣਿਆ, ਕਿੱਦਾਂ ਬਣਿਆ, ਕਿੰਨੇ ਬੈਂਡ ਆਏ, ਕਿੰਨੇ ਆਉਣਗੇ, ਕਿੰਨੇ ਚਾਹੀਦੇ ਹੁੰਦੇ ਆ। ਸੋ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈਗਾ। ਇੱਦਾਂ ਨਹੀਂ ਜਿਵੇਂ ਆਪਣੇ ਇੱਥੇ ਹੈਗਾ ਕਿ ਨਿਕਲਦੇ ਸਾਰ ਹੀ ਪੁੱਛਣ ਲੱਗ ਪੈਂਦੇ, ਹਾਂ ਬਈ ਕੀ ਬਣੂਗਾ ਤੇਰਾ, ਕਿੰਨਵੀਂ ਵਾਰੀ ਤੂੰ ਪੇਪਰ ਦੇਣ ਲੱਗਾ। ਸੋ ਉਹਨਾਂ ਦੇ ਲਈ ਟੈਨਸ਼ਨ ਦਾ ਕੋਈ ਘਰ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਅਗਰ ਤੁਹਾਡਾ ਬੱਚਾ ਜਾਂ ਅਗਰ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਆਪਣੇ ਦਿਮਾਗ ਤੇ ਹਾਵੀ ਕਰ ਲੈਂਦੇ ਹੋ ਜਾਂ ਅਗਰ ਹਾਵੀ ਕਰ ਰਹੇ ਹੋ, ਤਾਂ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਤੁਹਾਡਾ ਪੇਪਰ ਜਿਹੜਾ ਆ ਉਹ ਦੈਟ ਇਜ਼ ਅਨਪ੍ਰੈਡਿਕਟੇਬਲ। ਉਹ ਅਨਪ੍ਰੈਡਿਕਟੇਬਲ ਹੈ। ਤੁਹਾਨੂੰ ਇਹੀ ਨਹੀਂ ਪਤਾ ਹੋਊਗਾ ਕਿ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ, ਤੁਹਾਨੂੰ ਨਿਕਲ ਗਿਆ, ਨਹੀਂ ਨਿਕਲ ਗਿਆ, ਠੀਕ ਹੈ, ਬਿਕੋਜ਼ ਯੂ ਕੈਨ ਨਾਟ ਪ੍ਰੋਪਰਲੀ ਅੰਡਰਸਟੈਂਡ ਯੂਰ ਐਬਿਲਿਟੀਜ਼, ਐਂਡ ਕਿਤੇ ਨਾ ਕਿਤੇ ਉਹ ਚੀਜ਼ ਖਰਾਬ ਹੋਏਗੀ। ਨਾਓ ਦੈਟ ਇਜ਼ ਅ ਸੈਕੰਡ ਪੁਆਇੰਟ ਜੋ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ। ਅੱਛਾ, ਦ ਥਰਡ ਪੁਆਇੰਟ, ਹੁਣ ਤੀਜਾ ਪੁਆਇੰਟ ਜੋ ਬਹੁਤ ਹੀ ਵਧੀਆ ਪੁਆਇੰਟ ਹੈ। ਜਦੋਂ ਵੀ ਕੋਈ ਬੱਚਾ ਨਾ ਆਇਲਸ ਦੀ ਪ੍ਰੈਪਰੇਸ਼ਨ ਕਰਦਾ ਆ, ਠੀਕ ਹੈ, ਉਹਨੂੰ ਮੈਂ ਇੱਕ ਗੱਲ ਹਮੇਸ਼ਾ ਪੁੱਛਦਾ ਕਿ ਤੇਰਾ ਆਪਣਾ ਮਨ ਹੈਗਾ? ਜਿੱਦਾਂ ਕਈ ਬੱਚੇ ਕਹਿੰਦੇ ਹੁੰਦੇ ਆ, ਮੈਂ ਇਹਦਾ ਕੋਈ ਮਨ ਨਹੀਂ, ਮੈਂ ਤਾਂ ਆਪਣੇ ਭਰਾ ਕਰਕੇ ਆਈਲੈਟਸ ਕਰਦੀ ਪਈ ਹਾਂ, ਮੈਨੂੰ ਪਾਪਾ ਨੇ ਕਹਿ ਤਾ ਮੈਂ ਤਾਂ ਕਰਦਾ ਪਿਆ, ਮੈਨੂੰ ਮੰਮੀ ਨੇ ਕਹਿਤਾ ਮੈਂ ਤਾਂ ਕਰਦਾ ਪਿਆ, ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮੈਂ ਤਾਂ ਕਰਦਾ ਪਿਆ, ਠੀਕ ਹੈ, ਹੁਣ ਕਰੀਏ ਕੀ ਦੱਸੋ? ਬੇਟਾ ਅਗਰ ਤੁਹਾਡੀ ਅਪਰੋਚ ਇਹੀ ਹੈ, ਦਿਸ ਇਜ਼ ਯੂਰ ਅਪਰੋਚ ਕਿ ਤੁਸੀਂ ਸ਼ੋਰ ਹੀ ਨਹੀਂ ਹੈਗੇ ਕਿ ਤੁਸੀਂ ਕਿਹਦੇ ਲਈ ਕਰਦੇ ਪਏ ਹੋ, ਆਈਦਰ ਯੂ ਆਰ ਡੂਇੰਗ ਇਟ ਫॉर ਯੂਰ ਫਿਊਚਰ ਔਰ ਯੂ ਆਰ ਨਾਟ ਡੂਇੰਗ ਇਟ, ਠੀਕ ਹੈ। ਇਹ ਕੋਈ ਕਿਸੇ ਲਈ ਕਰਨ ਵਾਲਾ ਪੇਪਰ ਨਹੀਂ ਹੈਗਾ। ਨਾਟ ਓਨਲੀ ਪੇਪਰ, ਤੁਸੀਂ ਕੁਝ ਵੀ ਚੀਜ਼ ਹੈ, ਭੁੱਖ ਤੁਹਾਨੂੰ ਲੱਗੇਗੀ ਤੇ ਤੁਸੀਂ ਆਪ ਖਾਓਗੇ, ਤੁਸੀਂ ਕਿਸੇ ਲਈ ਨਹੀਂ ਖਾਂਦੇ, ਠੀਕ ਹੈ। ਸੋ ਐਂਡ ਆਫ ਦਾ ਡੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਸਮਝਣੀ ਕਿ ਅਗਰ ਕਿਤੇ ਨਾ ਕਿਤੇ ਤੁਹਾਡੇ ਮਾਈਂਡ ਸੈਟ ਵਿੱਚ ਇਹ ਚੀਜ਼ ਕੀਤੀ ਹੋਈ ਹੈ ਕਿ ਇਹ ਪੇਪਰ ਮੈਂ ਉਹਦੇ ਲਈ ਕਰ ਰਿਹਾ, ਆਪਣੇ ਆਪ ਲਈ ਨਹੀਂ ਕਰ ਰਿਹਾ, ਦੈਨ ਆਈ ਥਿੰਕ ਇਹ ਥੋੜਾ ਜਿਹਾ ਟੈਨਸ਼ਨ ਵਾਲੀ ਗੱਲ ਹੈ। ਟੈਨਸ਼ਨ ਵਾਲੀ ਗੱਲ ਇਸ ਕਰਕੇ ਹੈ ਕਿ ਤੁਹਾਡਾ ਜਿਹੜਾ ਰੀਅਲ ਪੋਟੈਂਸ਼ੀਅਲ ਹੋਊਗਾ, ਜੋ ਤੁਸੀਂ ਉੱਦਾਂ ਐਕਸਪੋਜ਼ ਕਰ ਪਾਓਗੇ, ਐਗਜ਼ਿਬਿਟ ਕਰ ਪਾਓਗੇ, ਜਦੋਂ ਤੁਸੀਂ ਕਿਸੇ ਲਈ ਕੋਈ ਕੰਮ ਕਰਦੇ ਹੋ ਨਾ, ਉਦੋਂ ਤੁਸੀਂ ਉਹ ਨਹੀਂ ਕਰਦੇ, ਠੀਕ ਹੈ, ਜਾਂ ਉਦੋਂ ਤੁਸੀਂ ਉਹਨੇ ਚੱਜ ਨਾਲ ਨਹੀਂ ਪੜ੍ਹਦੇ, ਕਿਉਂਕਿ ਜਦੋਂ ਬੰਦਾ ਖੁਦ ਲਈ ਕਰਦਾ ਨਾ, ਉਦੋਂ ਉਹਦਾ ਕਤਰਾ ਜਾਂ ਇਹ ਕਹਿ ਲਓ ਕਿ ਉਹਦਾ ਰੋਮ ਉਸ ਚੀਜ਼ ਵੱਲ ਡੈਡੀਕੇਟਿਡ ਹੁੰਦਾ, ਉਹ ਨਹਾਉਂਦੇ, ਜਾਗਦੇ, ਸੌਂਦੇ, ਉਹ ਹਰ ਚੀਜ਼ ਉਸ ਬਾਰੇ ਸੋਚਦਾ। ਬਟ ਵੈਨ ਯੂ ਆਰ ਡੂਇੰਗ ਦਿਸ ਫॉर ਸਮਬਡੀ ਐਲਸ, ਠੀਕ ਹੈ, ਉਹਦੇ ਵਿੱਚ ਤੁਸੀਂ ਆਪਣਾ ਪੂਰਾ ਡੈਡੀਕੇਸ਼ਨ ਨਹੀਂ ਦਓਗੇ, ਐਂਡ ਅਗਰ ਪ੍ਰੋਪਰ ਡੈਡੀਕੇਸ਼ਨ ਨਹੀਂ ਦਓਗੇ ਤੇ ਕਿਤੇ ਨਾ ਕਿਤੇ ਡਰ ਤਾਂ ਫਿਰ ਹੈ। ਸੋ ਇਹ ਇੱਕ ਬਹੁਤ ਕ੍ਰੂਸ਼ੀਅਲ ਪੁਆਇੰਟ ਹੈ ਜਿੱਥੇ ਆ ਕੇ ਬੱਚਿਆਂ ਦਾ ਪੇਪਰ ਖਰਾਬ ਹੁੰਦਾ ਹੈ। ਐਂਡ ਅਗਰ ਤੁਹਾਡੇ ਆਲੇ ਦੁਆਲੇ ਕੋਈ ਇੱਦਾਂ ਦਾ ਬੱਚਾ ਹੈ, ਜਾਂ ਈਵਨ ਤੁਸੀਂ ਵੀ ਉਹੀ ਇੱਦਾਂ ਦੇ ਹੋ ਗਏ ਹੋ ਕਿ ਤੁਸੀਂ ਮਨ ਦੇ ਵਿੱਚ ਇਹ ਧਰ ਕੇ ਬੈਠੇ ਹੋ ਕਿ ਵੀ ਮੈਂ ਜੋ ਵੀ ਕਰਦਾ ਆਪਣੇ ਭਰਾ ਲਈ ਕਰ ਰਿਹਾ, ਆਪਣੀ ਭੈਣ ਲਈ ਕਰ ਰਿਹਾ, ਦੈਨ ਦੈਟ ਇਜ਼ ਬੈਡ। ਇਹ ਇੱਕ ਬਹੁਤ ਮਾੜੀ ਚੀਜ਼ ਹੈ, ਇਹਨੂੰ ਥੋੜਾ ਜਿਹਾ ਤੁਸੀਂ ਧਿਆਨ ਰੱਖਿਓ ਜ਼ਰੂਰ। ਅੱਛਾ, ਨੈਕਸਟ ਇਜ਼ ਪੀਪਲ ਡੂ ਨਾਟ ਐਕਸੈਪਟ ਦੇਅਰ ਵੀਕਨੈਸਿਸ। ਇਹ ਵੀ ਚੀਜ਼ ਬਹੁਤ ਇੰਪੋਰਟੈਂਟ ਹੈ। ਹੁੰਦਾ ਕੀ ਆ, ਕਈ ਵਾਰੀ ਕਲਾਸ ਵਿੱਚ ਨਾ 5-6 ਜਾਣੇ ਇਕੱਠੇ ਪੜ੍ਹਦੇ ਹੁੰਦੇ ਆ, ਇੱਕ ਗਰੁੱਪ ਹੁੰਦਾ 3-4 ਜਾਣਿਆਂ ਦਾ। ਹਾਂ, ਕੀ ਕਰਨ ਲੱਗੀ? ਮੈਂ ਰੀਡਿੰਗ ਕਰਨ ਲੱਗੀ ਆ, ਮੈਂ ਰਾਈਟਿੰਗ ਕਰਨ ਲੱਗੀ ਆ, ਮੈਂ ਤਾਂ ਸੋਚਦੇ ਲਿਸਨਿੰਗ ਕਰਕੇ ਚੱਲ ਜਾਈਏ, ਛੱਡ ਰਹਿਣ ਦੇ, ਅੱਜ ਬੰਕ ਮਾਰ ਲੈਂਦੇ ਆ। ਅੱਛਾ, ਉਸ ਸਭ ਦੇ ਵਿੱਚ ਕੀ ਹੁੰਦਾ, ਤੁਹਾਨੂੰ ਤੁਹਾਡੀ ਵੀਕਨੈਸਿਸ ਬਾਰੇ ਨਹੀਂ ਪਤਾ ਲੱਗਦਾ। ਜਦੋਂ ਵੀ ਤੁਹਾਨੂੰ ਕੋਈ ਕਾਪੀ ਮਿਲਦੀ ਹੈ ਤੁਹਾਡੇ ਰਾਈਟਿੰਗ ਟਾਸਕ 1 ਰਾਈਟਿੰਗ ਟਾਸਕ 2 ਚੈੱਕ ਕੀਤੇ ਦੀ, ਤੁਸੀਂ ਉਹਨੂੰ ਖੋਲ ਕੇ ਨਹੀਂ ਦੇਖਦੇ, ਠੀਕ ਹੈ। ਜਿਹੜਾ ਬੱਚਾ ਇਹ ਚੀਜ਼ ਨੂੰ ਕਰ ਰਿਹਾ, ਫੋਰ ਐਗਜ਼ਾਮਪਲ ਲੈਟਸ ਸੇ ਉਹਨੂੰ ਕੋਈ ਵੀ ਟੀਚਰ ਕੋਈ ਸੁਜੈਸ਼ਨ ਦੇ ਰਿਹਾ, ਜਾਂ ਉਹਨੂੰ ਪਤਾ ਹੈ ਕਿ ਮੇਰੀ ਸਪੈਲਿੰਗ ਮਿਸਟੇਕਸ ਹੈਗੀਆਂ, ਮੇਰੀ ਹੈਂਡਰਾਈਟਿੰਗ ਵੀਕ ਹੈ, ਜਾਂ ਮੇਰੀ ਹੈਂਡਰਾਈਟਿੰਗ ਚੰਗੀ ਨਹੀਂ ਹੈਗੀ, ਅਗਰ ਕੋਈ ਬੱਚਾ ਉਸ ਚੀਜ਼ ਨੂੰ ਧਿਆਨ ਦੇ ਨਾਲ ਆਪਣੇ ਆਪ ਨੂੰ ਸਮਝ ਕੇ ਉਹਨੂੰ ਇੰਪਰੂਵ ਨਹੀਂ ਕਰ ਰਿਹਾ, ਉਹ ਐਂਡ ਆਫ ਦਾ ਡੇ ਖਰਾਬ ਹੋਏਗਾ ਪੇਪਰ ਉਹਦਾ।
ਕਿਉਂਕਿ ਹੁੰਦਾ ਕੀ ਹੈ, ਜਿਹੜੀ ਵੀਕਨੈਸ ਹੈ ਨਾ, ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਕੀਤੀ, ਜਾਂ ਫੋਰ ਐਗਜ਼ਾਮਪਲ ਮੈਂ ਬੱਚਿਆਂ ਦਾ ਵੀ ਇੱਕ ਲੈਵਲ ਦੱਸਾਂ, ਮੇਰੇ ਜੀ 40 ਚੋਂ 35 ਆ ਗਏ, ਬਹੁਤ ਖੁਸ਼, ਬਹੁਤ ਚੰਗਾ ਲੱਗ ਰਿਹਾ। ਬਟ ਬੇਟਾ ਇੱਕ ਚੀਜ਼ ਹੋਰ ਦੇਖੋ ਨਾ, 5 ਵੀ ਗਲਤ ਹੋਏ, 5 ਗਲਤੀਆਂ ਜੋ ਤੁਸੀਂ ਸਿੱਖ ਸਕਦੇ ਹੋ, ਬਟ ਤੁਸੀਂ ਇਸ ਕਰਕੇ ਨਹੀਂ ਸਿੱਖ ਰਹੇ ਜਸਟ ਬਿਕੋਜ਼ ਕਿ ਤੁਹਾਨੂੰ 35 ਦੀ ਖੁਸ਼ੀ ਹੈ, ਜਾਂ ਹਾਂ ਠੀਕ ਹੈ 6 ਟੱਪ ਕੇ ਬਹੁਤ ਹੈ, ਆਪਾਂ ਕੀ ਲੈਣਾ। ਜਦੋਂ ਤੁਹਾਡਾ ਸਿਰਫ ਮੋਟਿਵ ਇੰਨਾ ਹੀ ਹੋਵੇ ਨਾ 6 ਟਪਾਉਣੇ, ਤੇ ਕਦੀ ਨਾ ਕਦੀ 60-37 ਤੇ ਚੱਲਦੀ ਹੁੰਦੀ ਹੈ, ਤੋ 5.5 ਵੀ ਰਹਿ ਜਾਂਦੇ ਨੇ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹਨਾਂ ਬੱਚਿਆਂ ਦੀ ਜੋ ਵੀਕਨੈਸਿਸ ਹੈਗੀ ਹੈ, ਰਾਦਰ ਦੈਨ ਬਰਸ਼ਿੰਗ ਦੈਮ ਅੰਡਰ ਦਾ ਕਾਰਪਟ ਥੱਲੇ ਬਾੜਨ ਦਾ ਕੋਈ ਫਾਇਦਾ ਨਹੀਂ ਹੈ। ਐਕਸੈਪਟ ਯੂਰ ਵੀਕਨੈਸਿਸ ਕਿ ਹਾਂ ਮੇਰੀ ਹੈਂਡਰਾਈਟਿੰਗ ਗੰਦੀ ਹੈ, ਮੈਂ 4 ਲਾਈਨਾਂ ਵਾਲੀ ਕਾਪੀ ਲੈ ਕੇ ਉਹਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਨੀ ਹੈ। ਐਕਸੈਪਟ ਜਸਟ ਕਿ ਮੈਂ ਆਪਣੀ ਸਪੈਲਿੰਗ ਮਿਸਟੇਕਸ ਇੰਪਰੂਵ ਕਰਨ ਲਈ ਸਪੈਲਿੰਗਸ ਨੂੰ ਇੱਕ ਵਾਰੀ ਦੇਖਣਾ ਆ, ਸਮਝਣਾ ਆ, ਐਂਡ ਫਿਰ ਉਸ ਤੋਂ ਬਾਅਦ ਲਿਖਣਾ ਆ। ਸੋ ਇਹਨੂੰ ਐਕਸੈਪਟ ਕਰੋ, ਬਿਕੋਜ਼ ਜਦੋਂ ਤੁਸੀਂ ਐਕਸੈਪਟ ਕਰੋਗੇ ਨਾ, ਉਸ ਤੋਂ ਬਾਅਦ ਹੀ ਯੂ ਵਿਲ ਬੀ ਲਿਟਰਲੀ ਵਰਕਿੰਗ ਟੂ ਇੰਪਰੂਵ ਇਟ। ਜਿਹੜਾ ਬੱਚਾ ਆਪਣੀਆਂ ਗਲਤੀਆਂ ਨੂੰ ਹੀ ਐਕਸੈਪਟ ਨਹੀਂ ਕਰ ਰਿਹਾ, ਠੀਕ ਹੈ, ਆਪਣੀਆਂ ਗਲਤੀਆਂ ਨੂੰ ਧਿਆਨ ਨਾਲ ਦੇਖ ਨਹੀਂ ਰਿਹਾ, ਐਂਡ ਆਫ ਦਾ ਡੇ ਉਹ ਬੱਚਾ ਕਦੀ ਵੀ ਇੰਪਰੂਵ ਨਹੀਂ ਕਰ ਪਾਏਗਾ, ਬਿਕੋਜ਼ ਤੁਸੀਂ ਆਇਡੈਂਟੀਫਾਈ ਕਰ ਲਈਆਂ ਨੇ ਗਲਤੀਆਂ। ਬਟ ਆਇਡੈਂਟੀਫਾਈ ਕਰਨ ਦਾ ਮਤਲਬ ਕੀ ਹੈ, ਤੁਸੀਂ ਆਪਣੀ ਗਲਤੀ ਨੂੰ ਦੇਖਿਆ ਵੀ ਹੈ, ਕਰਨਾ ਕਿੱਦਾਂ। ਸੋ ਇਹਦਾ ਥੋੜਾ ਜਿਹਾ ਧਿਆਨ ਰੱਖਿਓ ਕਿ ਹੂਸੋਐਵਰ, ਕੋਈ ਵੀ ਬੱਚਾ ਅਗਰ ਉਹੀ ਕਹਿ ਰਿਹਾ ਕਿ ਹਾਂ ਠੀਕ ਹੈ ਬਹੁਤ ਵਧੀਆ ਚੱਲੀ ਜਾਂਦਾ ਜੀ, ਹਾਂਜੀ ਕਰੀ ਜਾਂਦੇ ਆ ਜੀ, ਮੌਕ ਟੈਸਟ ਸੋਲਵ ਕਰੀ ਜਾਂਦੇ ਆ ਜੀ, ਬੇਟਾ ਸੋਲਵਿੰਗ ਇਜ਼ ਨਾਟ ਅ ਮੇਨ ਥਿੰਗ। ਸੋਲਵ ਕਰਨਾ ਇਜ਼ ਆਇਡੈਂਟੀਫਾਈਂਗ ਦਾ ਪ੍ਰੋਬਲਮ, ਬਟ ਆਪਣੀ ਵੀਕਨੈਸ ਨੂੰ ਸਮਝ ਕੇ ਉਹਨੂੰ ਜਦ ਤੱਕ ਠੀਕ ਨਹੀਂ ਕਰਦੇ, ਦੈਟ ਇਜ਼ ਟੂ ਫਾਈਂਡ ਦਾ ਸੋਲੂਸ਼ਨ। ਸੋ ਇਹ ਚੀਜ਼ ਬਹੁਤ ਕ੍ਰੂਸ਼ਲ ਹੈ, ਦੈਟ ਫਸਟ ਯੂ ਸ਼ੁਡ ਐਡਮਿਟ ਯੂਰ ਵੀਕਨੈਸਿਸ, ਐਂਡ ਦੈਨ ਉਸ ਤੋਂ ਬਾਅਦ ਉਹਨਾਂ ਵੀਕਨੈਸਿਸ ਨੂੰ ਠੀਕ ਕਰਨਾ ਤੁਹਾਡੀ ਬਹੁਤ ਇੰਪੋਰਟੈਂਟ ਤੁਹਾਡੇ ਲਈ ਟਾਸਕ ਹੈਗਾ ਆ। ਅੱਛਾ, ਦੈਨ ਐਂਡ ਆਫ ਦਾ ਡੇ ਦ ਲਾਸਟ ਥਿੰਗ ਜੋ ਬਹੁਤ ਕ੍ਰੂਸ਼ਲ ਹੈ, ਐਂਡ ਆਈ ਵਿਲ ਵਾਈਂਡ ਦਿਸ ਵੀਡੀਓ ਵਿਦ ਅਪ, ਉਹ ਚੀਜ਼ ਹੁੰਦੀ ਹੈ ਦੈਟ ਬਹੁਤ ਬੱਚਿਆਂ ਦਾ ਪੇਪਰ ਇਸ ਕਰਕੇ ਨਹੀਂ ਹੁੰਦਾ ਬਿਕੋਜ਼ ਉਹਨਾਂ ਨੇ ਪ੍ਰੋਪਰਲੀ ਪਲਾਨ ਨਹੀਂ ਕੀਤਾ ਹੁੰਦਾ। ਹੁਣ ਪ੍ਰੋਪਰਲੀ ਪਲਾਨ ਦਾ ਮਤਲਬ ਕੀ ਹੈ? ਪ੍ਰੋਪਰਲੀ ਪਲਾਨ ਦਾ ਮਤਲਬ ਇਹ ਹੈ ਕਿ ਫੋਰ ਐਗਜ਼ਾਮਪਲ ਤੁਹਾਡੀ +2 ਹੋਈ, ਠੀਕ ਹੈ, ਅੱਛਾ ਤੁਸੀਂ ਕਿਸੇ ਦੇ ਕਹਿਣ ਤੇ ਆਇਲਸ ਕਰਨ ਲੱਗ ਪਏ, ਠੀਕ ਹੈ, ਓਕੇ, ਤੁਸੀਂ ਸਾਰੇ ਇਕੱਠੇ ਜਾਣੇ ਸਵੇਰੇ ਉੱਠ ਕੇ ਇੱਕ ਦੂਜੇ ਨੂੰ ਪੁੱਛ ਰਹੇ ਹੋ ਹਾਂ ਵੀ ਜਾਣਾ, ਠੀਕ ਹੈ, ਚਲੋ ਇਹ ਵੀ ਮੈਂ ਸਹਿ ਲੈਣਾ। ਅੱਛਾ, ਉਸ ਤੋਂ ਬਾਅਦ ਤੁਸੀਂ ਜਦੋਂ ਕਲਾਸ ਵਿੱਚ ਬੈਠੇ, ਠੀਕ ਹੈ, ਤੁਸੀਂ ਜੋ ਤੁਹਾਡੇ ਸਾਹਮਣੇ ਮੌਕ ਟੈਸਟ ਆਈ ਜਾਂਦਾ ਤੁਸੀਂ ਸੋਲਵ ਕਰੀ ਜਾਂਦੇ, ਓਕੇ ਠੀਕ ਹੈ, ਗੱਲ ਖਤਮ। ਪਰ ਭਾਈ ਪੇਪਰ ਦੇਣਾ ਕਦੋਂ ਹੈ? ਕਦੋਂ ਦੇਣਾ ਹੈ? Are you just waiting for some of your friends to just grab their things up and ਫਿਰ ਇਕੱਠੇ ਪੇਪਰ ਦੇਣਾ? No, ਤੁਹਾਡੀ ਨੀਡ ਕੁਛ ਹੋਰ ਹੋ ਸਕਦੀ ਹੈ, ਤੁਹਾਡੇ ਫਰੈਂਡਸ ਦੀ ਕੁਛ ਹੋਰ ਵੀਕਨੈਸਿਸ ਹੋ ਸਕਦੀਆਂ ਨੇ, ਠੀਕ। ਸੋ ਕਹਿਣ ਦਾ ਡੇ, ਕਹਿਣ ਦੀ ਜੋ ਇੰਪੋਰਟੈਂਟ ਚੀਜ਼ ਹੈਗੀ, ਮਤਲਬ ਕੀ ਹੈ ਕਿ ਹਰ ਬੰਦੇ ਦਾ ਜੋ ਇੱਕ ਸਕੂਲਿੰਗ ਹੈ, ਜੋ ਉਹਦੀ ਹੈਗੀ ਆ, ਉਹਦੀ ਕਮਾਂਡ ਹੈਗੀ ਐਜੂਕੇਸ਼ਨ ਦੀ, ਉਹ ਡਿਫਰੈਂਟ ਹੈ। ਸੋ ਹਰ ਬੰਦੇ ਦਾ ਪੜ੍ਹਨ ਦਾ ਸਟਾਈਲ ਵੀ ਡਿਫਰੈਂਟ ਹੈ, ਠੀਕ ਹੈ। ਕੁਛ ਬੱਚੇ ਹੁੰਦੇ ਜਿਹੜੇ ਕਿ ਹਾਰਡ ਵਰਕਿੰਗ ਘੱਟ ਹੁੰਦੇ ਬਟ ਉਹ ਥੋੜ੍ਹੇ ਸਮਾਰਟ ਵਰਕ ਜ਼ਿਆਦਾ ਕਰ ਲੈਂਦੇ ਨੇ। ਕੁਛ ਬੱਚੇ ਹੁੰਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਨੇ ਐਂਡ ਐਂਡ ਆਫ ਦਾ ਡੇ ਉਹਨਾਂ ਦੀ ਉੱਦਾਂ ਦੀ ਪਰਫੋਰਮੈਂਸ ਨਹੀਂ ਨਿਕਲਦੀ। ਸੋ ਸਭ ਤੋਂ ਪਹਿਲਾਂ ਤਾਂ ਆਪਣੇ ਜੋ ਇੱਕ ਤੁਹਾਡਾ ਸਟੱਡੀ ਪੈਟਰਨ ਹੈ ਉਹਨੂੰ ਪਹਿਲਾਂ ਤਾਂ ਪਛਾਣੋ। ਜਿਹੜੇ ਬੱਚੇ ਪ੍ਰੋਪਰਲੀ ਪਲਾਨ ਨਹੀਂ ਕਰਦੇ ਉਹਨਾਂ ਦਾ ਪੇਪਰ ਹਮੇਸ਼ਾ ਰਹਿੰਦਾ ਆ, ਠੀਕ ਹੈ। ਸੋ ਪ੍ਰੋਪਰਲੀ ਪਲਾਨ ਕਰਨਾ ਕਿੱਦਾਂ ਆ? ਆਈਡੈਂਟੀਫਾਈ ਯੂਰ ਪੈਟਰਨ, ਠੀਕ ਹੈ। ਪਹਿਲਾਂ ਤਾਂ ਇਹ ਦੇਖੋ ਪੈਟਰਨ ਕੀ ਹੈ, ਤੁਹਾਨੂੰ ਚੀਜ਼ ਸਮਝ ਕਿੱਦਾਂ ਆਉਂਦੀ ਹੈ। ਅੱਛਾ, ਅਗਲੀ ਗੱਲ, ਤੁਸੀਂ ਕੋਚਿੰਗ ਸ਼ੁਰੂ ਕਰਤੀ ਹੈ ਬਟ ਤੁਸੀਂ ਕੋਚਿੰਗ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਪੇਪਰ ਕਰ ਦੇਣਾ, ਐਟਲੀਸਟ ਪੇਪਰ ਬੁੱਕ ਤਾਂ ਕਰਾ ਲਓ। ਹੁੰਦਾ ਕੀ ਹੈ, ਲੈਟ ਮੀ ਜਸਟ ਟੈਲ ਐਵਰੀਬਡੀ ਦਿਸ that booking a IELTS paper that is free of cost। ਤੁਸੀਂ ਉਹਦੀ ਫੀਸ ਜਿਹੜੀ ਹੈਗੀ ਹੈ ਤੁਸੀਂ ਉਹ 20 ਦਿਨ ਪਹਿਲਾਂ ਦੇਣੀ ਹੁੰਦੀ ਹੈ, ਬਟ ਐਂਡ ਆਫ ਦ ਡੇ ਯੂ ਕੈਨ ਫ੍ਰੀਲੀ ਬੁੱਕ ਅ ਪੇਪਰ। ਬੁਕਿੰਗ ਨਾਲ ਹੋਊਗਾ ਕਿ ਤੁਹਾਡਾ ਜੋ ਇੱਕ ਜੋ ਟਾਰਗੇਟ ਹੋਏਗਾ ਤੁਹਾਡੇ ਦਿਮਾਗ ਦੇ ਵਿੱਚ ਉਹ ਬਿਲਕੁਲ ਕਲੀਅਰ ਹੋ ਜਾਏਗਾ ਕਿ ਲੈਟਸ ਸੇ ਮੈਂ ਪੇਪਰ ਅਗਲਾ ਹੁਣ ਇੱਦਾਂ ਕਰਨਾ, ਮੈਂ 28 ਜਨਵਰੀ ਦਾ ਦੇਣਾ ਪੇਪਰ, ਠੀਕ ਹੈ। ਅੱਜ 29 ਦਸੰਬਰ ਹੈ, ਠੀਕ ਹੈ। ਸੋ 29 ਹੋ ਚੁੱਕੀ, ਮੇਰੇ ਕੋਲ ਇੱਕ ਮੰਥ ਹੈਗਾ, ਸੋ ਆਈ ਕੈਨ ਡੈਡੀਕੇਟ ਮਾਈ ਟਾਈਮ ਐਂਡ ਮੇਕ ਮਾਈ ਸ਼ੈਡਿਊਲ। ਸੋ ਪਹਿਲਾਂ ਤਾਂ ਬੁਕਿੰਗ ਕਰਵਾਓ, ਠੀਕ ਹੈ। ਹਾਂ, ਅਗਰ ਲੈਟਸ ਸੇ ਨਹੀਂ ਕੁਛ ਹੁੰਦਾ, ਨਹੀਂ ਪ੍ਰੈਪਰੇਸ਼ਨ ਹੁੰਦੀ, ਠੀਕ ਹੈ, ਬੁਕਿੰਗ ਕੈਂਸਲ ਹੋ ਜਾਏਗੀ, ਉਹਦਾ ਕੋਈ ਨੁਕਸਾਨ ਤਾਂ ਨਹੀਂ ਨਾ ਹੈਗਾ। ਸੋ ਐਂਡ ਆਫ ਦਾ ਡੇ ਪਲਾਨ ਪ੍ਰੋਪਰਲੀ, ਆਪਣਾ ਆਈਡੈਂਟੀਫਾਈ ਕਰੋ ਕਿ ਤੁਹਾਡਾ ਜਿਹੜਾ ਮੇਨ ਮੋਡਿਊਲ ਹੈ ਜਿਸ 'ਚ ਤੁਸੀਂ ਬੈਂਡ ਇਨਕਰੀਜ਼ ਕਰਵਾ ਸਕਦੇ ਹੋ ਆਪਣੇ, ਫੋਰ ਐਗਜ਼ਾਮਪਲ ਕਿਸੇ ਦਾ ਲਿਸਨਿੰਗ ਹੁੰਦਾ, ਕਿਸੇ ਦਾ ਸਪੀਕਿੰਗ ਹੁੰਦਾ, ਉਹਨੂੰ ਆਈਡੈਂਟੀਫਾਈ ਕਰੋ, ਠੀਕ ਹੈ, ਉਹਨੂੰ ਸਟਰੋਂਗ ਕਰੋ। ਐਂਡ ਜਿਹੜਾ ਮੋਡਿਊਲ ਤੁਹਾਡਾ ਵੀਕ ਹੈ, ਫੋਰ ਐਗਜ਼ਾਮਪਲ ਰੀਡਿੰਗ ਵੀਕ ਹੁੰਦੀ ਹੈ, ਸੋ ਰੀਡਿੰਗ ਕਿੱਦਾਂ ਕਰਨੀ ਹੈ, ਕਿੰਨੀ ਕਰਨੀ ਹੈ,
ਕਿਸ ਢੰਗ ਨਾਲ ਕਰਨੀ ਹੈ, ਪ੍ਰੋਪਰ ਉਹਦੀ ਇੱਕ ਪਲੈਨਿੰਗ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਜੋ ਤੁਹਾਡੇ ਸਾਹਮਣੇ ਆ ਗਿਆ ਤਾਂ ਤੁਸੀਂ ਆਪਣੇ ਹਿਸਾਬ ਨਾਲ ਠੀਕ ਹੈ ਹਾਂ ਕਰ ਲਿਆ ਠਾਕ ਲਿਆ, ਠੀਕ ਹੈ। ਸੋ ਐਵਰੀਥਿੰਗ ਮਸਟ ਬੀ ਪਲੈਨਡ, ਠੀਕ ਹੈ। ਸੋ ਇਹ ਚੀਜ਼ ਬਹੁਤ ਕ੍ਰੂਸ਼ੀਅਲ ਹੈ। ਜਿਨ੍ਹਾਂ ਬੱਚਿਆਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਉਹਨਾਂ ਦਾ ਪੇਪਰ ਕਿਤੇ ਨਾ ਕਿਤੇ ਥੋੜਾ ਡਾਮਾਡੇਲ ਹੋਣ ਦਾ ਇੱਕ ਚਾਂਸਿਸ ਹੁੰਦੇ ਨੇ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਇਹ ਸਾਰੀ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਦਿਸ ਇਜ਼ ਮਾਈ ਹੰਬਲ ਰਿਕੁਐਸਟ ਇਨ ਫਰੰਟ ਆਫ ਐਵਰੀਬਡੀ ਕਿ ਅਗਰ ਤੁਸੀਂ ਪ੍ਰਪੇਅਰ ਇਸ ਢੰਗ ਨਾਲ ਕਰ ਰਹੇ ਹੋ ਸੋ ਪਲੀਜ਼ ਅੱਜ ਹੀ ਸਟਾਪ ਕਰ ਲਓ, ਠੀਕ ਹੈ। ਅਗਰ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਜਾਂ ਤੁਸੀਂ ਜੋ ਕਰ ਰਹੇ ਹੋ ਉਹਦੇ ਵਿੱਚ 5 ਗੱਲਾਂ ਹੈਗੀਆਂ ਨੇ ਤੇ ਬੇਟਾ ਤੁਸੀਂ ਗਲਤ ਟਰੈਕ ਤੇ ਹੋ। ਮੈਂ ਤੁਹਾਨੂੰ ਪਹਿਲਾਂ ਹੀ ਵਾਰਨ ਕਰ ਰਿਹਾ, ਹੱਲੇ ਪੇਪਰ ਨਾ ਦਿਓ, ਥੋੜਾ ਜਿਹਾ ਆਪਣੇ ਆਪ ਨੂੰ ਰਾਈਟ ਟਰੈਕ ਤੇ ਹੋ ਜਾਓ, ਪ੍ਰਪੇਅਰ ਫॉर ਅ ਵਾਈਲ ਐਂਡ ਫਿਰ ਪੇਪਰ ਤੇ ਦਿਓ। ਐਂਡ ਅਗਲੀ ਗੱਲ, ਦਿਸ ਇਜ਼ ਫॉर द ਪੇਰੈਂਟਸ। ਅਗਰ ਤੁਹਾਡੇ ਬੱਚੇ ਇਸ ਢੰਗ ਨਾਲ ਪ੍ਰਪੇਅਰ ਕਰ ਰਹੇ ਨੇ, ਫॉर एग्जांपल ਲੈਟਸ ਸੇ ਉਹ 12 ਵਜੇ ਤੇ ਰਾਤ ਬੈਠੇ ਰੱਟਾ ਮਾਰ ਰਹੇ ਨੇ ਐਂਡ ਵਿਦਆਊਟ ਈਵਨ ਅੰਡਰਸਟੈਂਡਿੰਗ, ਠੀਕ ਹੈ। ਅੰਡਰਸਟੈਂਡਿੰਗ ਨਾ ਕਰਨਾ ਦੈਟ ਇਜ਼ ਅ ਡਿਫਰੈਂਟ ਥਿੰਗ, ਬਟ ਅਗਰ ਉਹ ਰੱਟਾ ਚੱਲ ਰਿਹਾ ਉਹਨਾਂ ਦਾ ਐਂਡ ਉਹ ਇੱਕ ਚੀਜ਼ ਪੜ੍ਹ ਰਹੇ, ਫਿਰ ਦੂਜੀ ਚੀਜ਼ ਪੜ੍ਹ ਰਹੇ, ਫਿਰ ਤੀਜੀ ਚੀਜ਼ ਪੜ੍ਹ ਰਹੇ, ਫਿਰ ਚੌਥੀ, ਫਿਰ ਰੱਟਾ ਲਾ ਰਹੇ ਦੈਨ ਦੈਟ ਇਜ਼ ਲਿਟਰਲੀ ਅਲਾਰਮਿੰਗ। ਉਹ ਬਹੁਤ ਅਲਾਰਮਿੰਗ ਹੈ। ਬੱਚੇ ਨੂੰ ਉੱਥੇ ਹੀ ਰੋਕੋ, ਉਹਨੂੰ ਉਹਦਾ ਰੀਅਲ ਮੋਟਿਵ ਦੱਸੋ, ਮੇਕ ਹਿਮ ਡੂ ਦ ਥਿੰਗਸ ਪ੍ਰੋਪਰਲੀ, ਉਹਨੂੰ ਸਮਝਾਓ ਕਿ ਅੰਡਰਸਟੈਂਡਿੰਗ ਨਾਲ ਕਰੇਗਾ ਤੇ ਬੇਟਾ ਇਹ ਪੇਪਰ ਬਹੁਤ ਸੌਖਾ ਆ, ਅਗਰ ਰੱਟਾ ਲਾ ਕੇ ਕਰੇਗਾ ਦੈਨ ਦਿਸ ਪੇਪਰ ਇਜ਼ ਲਿਟਰਲੀ ਹਾਰਡ, ਠੀਕ ਹੈ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪੇਰੈਂਟਸ ਲਈ ਵੀ। ਐਂਡ ਐਂਡ ਆਫ ਦ ਡੇ ਕੀਪ ਯੂਰ ਸੈਲਫ ਮੋਟੀਵੇਟਿਡ ਐਂਡ ਕੀਪ ਯੂਰ ਫੈਲੋਜ਼ ਮੋਟੀਵੇਟਿਡ, ਬਿਕੋਜ਼ ਅਗਰ ਇਹ ਪੇਪਰ ਹੋਏਗਾ ਤਾਂ ਹੀ ਤੁਹਾਡਾ ਜਿਹੜਾ ਇੱਕ ਫਿਊਚਰ ਜਿਹੜਾ ਹੈਗਾ ਦੈਟ ਵਿਲ ਬੀ ਸਿਕਿਉਰ ਇਨ ਦ ਫੋਰਨ ਲੈਂਡ, ठीक है, बिकॉज ये बहुत इंपॉर्टेंट है। सो थैंक यू एवरीबडी एंड गॉड ब्लेस एवरीबडी एंड इदा ही नाल जुड़े रहो। प्लीज शेयर, लाइक एंड सब्सक्राइब टू एवरी वीडियो ऑफ दिस चैनल एंड लेट्स वर्क टुगेदर। थैंक यू।